ਬਾਪ ਅਤੇ ਬੇਟਾ ਅਤੇ ਰੂਹ ਪਾਕ ਦੇ ਨਾਮ ਦੇ ਉੱਤੇ ਆਮੀਨ। ऐ पाक खुदा तू कर दे दया, ऐ पाक खुदा तू कर दे दया, ऐ पाक खुदा तू कर दे दया, मैनू ऐना काबिल बना। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। तेरे पैदा नू जान सका, तेरे पैदा नू जान सका। ਪਿਆਰੇ ਬੱਚਿਓ, ਅੱਜ ਅਸੀਂ ਤੁਹਾਡੀ ਪਾਠ ਪੁਸਤਕ ਦੇ ਪਾਠ 9 ਦੇ ਵਿੱਚ ਪੈਰਿਸ਼ ਵਿੱਚ ਸਾਡੀ ਭਾਗੀਦਾਰੀ ਦਾ ਢਾਂਚਾ ਇਹਦੇ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਭਾਗੀਦਾਰੀ ਕਿਸ ਨੂੰ ਕਹਿੰਦੇ ਹਨ। ਭਾਗੀਦਾਰੀ ਦਾ ਅਰਥ ਹੈ ਜ਼ਿੰਮੇਵਾਰੀਆਂ ਨੂੰ ਵੱਖ-ਵੱਖ ਲੋਕਾਂ ਵਿੱਚ ਵੰਡਣਾ, ਆਪਸ ਵਿੱਚ ਮਿਲ ਕੇ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੇ ਉਦੇਸ਼ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਾ। ਉਹ ਢਾਂਚਾ ਜੋ ਭਾਗੀਦਾਰੀ ਨੂੰ ਕਿਰਿਆਤਮਕ ਬਣਾਉਣ ਦੇ ਯੋਗ ਬਣਾਉਂਦਾ ਹੈ, ਉਹ ਭਾਗੀਦਾਰੀ ਢਾਂਚਾ ਅਖਵਾਉਂਦਾ ਹੈ। ਅੱਜ ਦੇ ਯੁੱਗ ਵਿੱਚ ਕਿਸੇ ਵੀ ਸਮੂਹ ਦੀ ਸਫਲਤਾ ਉਸ ਦੇ ਮੈਂਬਰਾਂ ਦੇ ਆਪਸ ਵਿੱਚ ਮਿਲ ਕੇ ਕੰਮ ਕਰਨ 'ਤੇ ਹੀ ਨਿਰਭਰ ਕਰਦੀ ਹੈ, ਜੋ ਉਸ ਸਮੂਹ ਨੂੰ ਬਣਾਉਂਦੇ ਹਨ। ਇਸ ਤਰ੍ਹਾਂ ਸਾਰੀ ਦੁਨੀਆ ਵਿੱਚ ਕਲੀਸਿਆ ਵੀ ਵੱਖ-ਵੱਖ ਧਰਮ ਪ੍ਰਾਂਤਾਂ ਵਿੱਚ ਵੰਡੀ ਹੋਈ ਹੈ ਅਤੇ ਧਰਮ ਪ੍ਰਾਂਤ ਅਨੇਕ ਪੈਰਿਸ਼ਾਂ ਵਿੱਚ ਵੰਡੇ ਹੋਏ ਹਨ, ਜੋ ਕਲੀਸਿਆ ਦੇ ਜੀਵਨ ਤੱਤ ਹਨ। ਇਸ ਤੋਂ ਇਲਾਵਾ ਪੈਰਿਸ਼ ਵੀ ਕਈ ਛੋਟੇ-ਛੋਟੇ ਸਮੂਹਾਂ ਵਿੱਚ ਵੰਡੀ ਹੋਈ ਹੈ, ਜਿਵੇਂ ਬੁਨਿਆਦੀ ਕਲੀਸਿਆਈ ਸਮੂਹ, ਛੋਟੀ ਮਸੀਹੀ ਸੰਗਤ। ਮਿਲ ਜੁਲ ਕੇ ਕੰਮ ਕਰਨ ਦੇ ਕਾਰਨ ਹੀ ਕਲੀਸਿਆਈ ਸਮੂਹ ਬਣਿਆ ਹੈ ਅਤੇ ਤਰੱਕੀ ਕਰ ਰਿਹਾ ਹੈ। ਪੁਰਾਣੇ ਨੇਮ ਦੇ ਵਿੱਚ ਭਾਗੀਦਾਰੀ, ਆਓ ਦੇਖੀਏ ਕਿ ਪੁਰਾਣੇ ਨੇਮ ਵਿੱਚ ਕਿਸ ਤਰ੍ਹਾਂ ਦੀ ਭਾਗੀਦਾਰੀ ਹੋਈ। ਉਤਪਤ ਦੇ ਗ੍ਰੰਥ ਵਿੱਚ ਦੱਸਿਆ ਗਿਆ ਹੈ ਕਿ ਪਰਮੇਸ਼ਵਰ ਨੇ ਆਦਮੀ ਨੂੰ ਆਪਣੀਆਂ ਬਣਾਈਆਂ ਸਾਰੀਆਂ ਚੀਜ਼ਾਂ ਨੂੰ ਨਾਮ ਦੇਣ ਦਾ ਅਧਿਕਾਰ ਦਿੱਤਾ। ਇਸ ਦਾ ਭਾਵ ਹੈ ਕਿ ਖੁਦਾ ਨੇ ਮਨੁੱਖ ਨੂੰ ਆਪਣੀ ਸ੍ਰਿਸ਼ਟੀ ਦੇ ਕੰਮ ਵਿੱਚ ਭਾਗੀਦਾਰ ਬਣਨ ਦਾ ਮੌਕਾ ਦਿੱਤਾ। ਕੀ ਇਹ ਇੱਕ ਹਿੱਸੇਦਾਰੀ ਦੀ ਇੱਕ ਵਧੀਆ ਉਦਾਹਰਨ ਨਹੀਂ ਹੈ? ਫਿਰ ਖੁਦਾ ਨੇ ਮਿੱਟੀ ਨਾਲ ਧਰਤੀ ਦੇ ਸਾਰੇ ਜਾਨਵਰਾਂ ਅਤੇ ਆਕਾਸ਼ ਦੇ ਸਾਰੇ ਪੰਛੀਆਂ ਨੂੰ ਬਣਾਇਆ ਅਤੇ ਇਹ ਦੇਖਣ ਲਈ ਕਿ ਮਨੁੱਖ ਉਹਨਾਂ ਨੂੰ ਕੀ ਨਾਂ ਦੇਵੇਗਾ, ਉਹ ਉਹਨਾਂ ਨੂੰ ਮਨੁੱਖ ਕੋਲ ਲੈ ਗਿਆ, ਕਿਉਂਕਿ ਮਨੁੱਖ ਨੇ ਹਰ ਇੱਕ ਨੂੰ ਨਾਮ ਦਿੱਤਾ ਅਤੇ ਜੋ ਉਸ ਨੇ ਨਾਮ ਦਿੱਤਾ ਉਹੀ ਉਸ ਦਾ ਨਾਮ ਰਹਿ ਗਿਆ। ਪਵਿੱਤਰ ਬਾਈਬਲ ਦੱਸਦੀ ਹੈ ਕਿ ਖੁਦਾ ਨੇ ਮੁਕਤੀ ਇਤਿਹਾਸ ਵਿੱਚ ਕੁੱਲ, ਨਸਲਾਂ, ਰਾਜੇ ਮਹਾਰਾਜੇ ਅਤੇ ਪੁਰੋਹਿਤਾਂ ਨੂੰ ਬੁਲਾਇਆ
ਅਤੇ ਉਹਨਾਂ ਨੂੰ ਆਪਣੇ ਕੰਮ ਵਿੱਚ ਭਾਗੀਦਾਰ ਬਣਾਇਆ। ਮੁੱਖ ਤੌਰ 'ਤੇ ਉਸਨੇ ਇਸਰਾਇਲ ਦੀ ਮੁਕਤੀ ਲਈ ਆਪਣੀ ਯੋਜਨਾ ਵਿੱਚ ਮੂਸਾ ਨੂੰ ਭਾਗੀਦਾਰ ਬਣਨ ਲਈ ਬੁਲਾਇਆ। ਉਸਨੇ ਇਸਰਾਏਲੀਆਂ ਨੂੰ ਗੁਲਾਮੀ ਦੀ ਧਰਤੀ ਤੋਂ ਕੱਢ ਕੇ ਆਜ਼ਾਦ ਦੇਸ਼ ਵਿੱਚ ਲੈ ਜਾਣ ਲਈ ਮੂਸਾ ਦਾ ਸਹਾਰਾ ਲਿਆ। ਪ੍ਰਭੂ ਨੂੰ ਮੂਸਾ ਉੱਤੇ ਗੁੱਸਾ ਆਇਆ ਤੇ ਉਸਨੇ ਕਿਹਾ ਕਿ ਲੇਵੀ ਵੰਸ਼ੀ ਹਰੂਨ ਤੇਰਾ ਭਰਾ ਹੈ। ਮੈਂ ਜਾਣਦਾ ਹਾਂ ਕਿ ਉਹ ਵਧੀਆ ਬੋਲਣ ਵਾਲਾ ਹੈ। ਉਹ ਤੈਨੂੰ ਮਿਲਣ ਆ ਰਿਹਾ ਹੈ। ਤੈਨੂੰ ਦੇਖ ਕੇ ਉਹ ਖੁਸ਼ ਹੋਵੇਗਾ। ਤੂੰ ਉਸ ਨੂੰ ਇਹ ਸਮਝਾ ਕਿ ਕੀ ਕਹਿਣਾ ਹੈ। ਮੈਂ ਬੋਲਣ ਵਿੱਚ ਤੁਹਾਡੀ ਦੋਵਾਂ ਦੀ ਮਦਦ ਕਰਾਂਗਾ ਅਤੇ ਜੋ ਕਰਨਾ ਹੈ ਉਸ ਨੂੰ ਦੱਸ ਦੇਵਾਂਗਾ। ਉਹ ਤੇਰੇ ਵੱਲੋਂ ਲੋਕਾਂ ਨੂੰ ਸੰਬੋਧਿਤ ਕਰੇਗਾ। ਉਹ ਬੋਲਣ ਵਾਲਾ ਹੋਵੇਗਾ ਅਤੇ ਤੂੰ ਉਸ ਦਾ ਆਗੂ ਹੋਵੇਗਾ। ਮੂਸਾ ਨੇ 70 ਬਜ਼ੁਰਗਾਂ ਨਾਲ ਆਪਣਾ ਕੰਮ ਵੰਡਿਆ। ਪ੍ਰਭੂ ਨੇ ਮੂਸਾ ਨੂੰ ਕਿਹਾ ਕਿ ਇਸਰਾਏਲੀਆਂ ਵਿੱਚੋਂ 70 ਬਜ਼ੁਰਗਾਂ ਨੂੰ ਬੁਲਾ ਜਿਨ੍ਹਾਂ ਬਾਰੇ ਤੂੰ ਜਾਣਦਾ ਹੈ ਕਿ ਉਹ ਜਨਤਾ ਦੇ ਨੇਤਾ ਅਤੇ ਸ਼ਾਸਤਰੀ ਹਨ। ਉਹਨਾਂ ਨੂੰ ਦਰਸ਼ਨ ਵਾਲੇ ਕਮਰੇ ਵਿੱਚ ਲਿਜਾ ਕੇ ਆਪਣੇ ਨਾਲ ਖੜਾ ਕਰ। ਮੈਂ ਉੱਥੇ ਆ ਕੇ ਤੇਰੇ ਨਾਲ ਗੱਲ ਕਰਾਂਗਾ। ਜੋ ਸ਼ਕਤੀ ਤੈਨੂੰ ਮਿਲੀ ਹੈ ਮੈਂ ਉਸ ਦਾ ਕੁਝ ਹਿੱਸਾ ਵਾਪਸ ਲੈ ਕੇ ਉਹਨਾਂ ਨੂੰ ਦੇ ਦੇਵਾਂਗਾ। ਇਸ ਤਰ੍ਹਾਂ ਉਹ ਤੇਰੇ ਨਾਲ ਇਸ ਕੌਮ ਦਾ ਭਾਰ ਸੰਭਾਲਣਗੇ ਅਤੇ ਤੈਨੂੰ ਇਕੱਲੇ ਨੂੰ ਭਾਰ ਨਹੀਂ ਚੁੱਕਣਾ ਪਵੇਗਾ। ਨਵੇਂ ਨੇਮ ਵਿੱਚ ਭਾਗੀਦਾਰੀ। ਸਰਵ ਸ਼ਕਤੀਮਾਨ ਖੁਦਾ ਨੇ ਪ੍ਰਭੂ ਯਿਸੂ ਨੂੰ ਦੁਨੀਆ ਵਿੱਚ ਭੇਜਿਆ। ਪ੍ਰਭੂ ਯਿਸੂ ਨੇ ਆਪਣੇ ਮਿਸ਼ਨ ਦਾ ਕੰਮ ਇਕੱਲੇ ਹੀ ਨਹੀਂ ਸੰਭਾਲਿਆ, ਸਗੋਂ ਇਸ ਕੰਮ ਲਈ ਉਸ ਨੇ ਆਪਣੇ ਕਈ ਚੇਲਿਆਂ ਨੂੰ ਚੁਣਿਆ ਅਤੇ ਆਪਣੀ ਮਿਸ਼ਨ ਦੇ ਕੰਮ ਵਿੱਚ ਉਹਨਾਂ ਨੂੰ ਭਾਗੀਦਾਰ ਬਣਾਇਆ। ਉਸ ਵਿੱਚੋਂ ਵੀ ਉਸ ਨੇ ਆਪਣੇ 12 ਚੇਲਿਆਂ ਨੂੰ ਚੁਣਿਆ ਤਾਂ ਕਿ ਉਹਨਾਂ ਦਾ ਇਹ ਵਿਸ਼ੇਸ਼ ਕੰਮ ਜਾਰੀ ਰਹੇ। ਉਹ ਰਸੂਲ ਕਹਿਲਾਉਂਦੇ ਸਨ ਅਤੇ ਉਹਨਾਂ ਦੀ ਮਿਸ਼ਨ ਵਿੱਚ ਸਹਿਯੋਗ ਦੇਣ ਲਈ ਗਠਿਤ ਕੀਤੇ ਗਏ। ਉਹ ਪ੍ਰਭੂ ਯਿਸੂ ਦੇ ਮਿਸ਼ਨ ਦੇ ਕੰਮਾਂ ਵਿੱਚ ਵਿਸ਼ੇਸ਼ ਰੂਪ ਵਿੱਚ ਸ਼ਾਮਲ ਸਨ। ਪ੍ਰਭੂ ਯਿਸੂ ਪਹਾੜੀ ਉੱਤੇ ਚੜ੍ਹੇ। ਉਹ ਜਿਨ੍ਹਾਂ ਨੂੰ ਚਾਹੁੰਦੇ ਸਨ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ। ਉਹ ਉਹਨਾਂ ਦੇ ਕੋਲ ਆਏ ਅਤੇ ਉਹਨਾਂ ਨੇ ਉਹਨਾਂ ਵਿੱਚੋਂ 12 ਨੂੰ ਚੁਣ ਲਿਆ। ਇਸ ਨਾਲ ਉਹ ਲੋਕ ਉਹਨਾਂ ਦੇ ਨਾਲ ਰਹਿਣ। ਉਹ ਉਹਨਾਂ ਨੂੰ ਦੁਸ਼ਟ ਆਤਮਾਵਾਂ ਨੂੰ ਕੱਢਣ ਦਾ ਹੱਕ ਦੇ ਕੇ ਚੰਗੇ ਸੰਦੇਸ਼ ਦਾ ਪ੍ਰਚਾਰ ਕਰਨ ਲਈ ਭੇਜ ਸਕਣ। ਪ੍ਰਭੂ ਯਿਸੂ ਨੇ ਇਹਨਾਂ 12 ਨੂੰ ਚੁਣਿਆ। ਸ਼ਮਾਉਨ ਨੂੰ, ਜਿਸ ਦਾ ਨਾਮ ਉਹਨਾਂ ਨੇ ਪਤਰਸ ਰੱਖਿਆ, ਜ਼ਬਦੀ ਦੇ ਪੁੱਤਰ ਯਾਕੂਬ ਅਤੇ ਉਸਦੇ ਭਰਾ ਯਹੂਨਾ ਨੂੰ, ਜਿਨ੍ਹਾਂ ਦਾ ਨਾਂ ਉਹਨਾਂ ਨੇ ਬਰਨਬਾਸ ਭਾਵ ਗਰਜਨ ਦੇ ਪੁੱਤਰ ਰੱਖਿਆ, ਅੰਦਰਿਆਸ, ਫਿਲਿਪ, ਬਰਥਲਮਈ, ਮੱਤੀ, ਥੋਮਸ, ਹਲਫਈ ਦਾ ਪੁੱਤਰ ਯਾਕੂਬ, ਥਾਦਿਉਸ ਅਤੇ ਸ਼ਮਾਉਨ ਨੂੰ ਜਿਹੜਾ ਉਤਸ਼ਾਹੀ ਕਹਿਲਾਉਂਦਾ ਹੈ, ਅਤੇ ਯਹੂਦਾ ਇਸਕਰਿਓਤੀ ਨੂੰ ਜਿਸ ਨੇ ਉਸ ਨੂੰ ਫੜਵਾਇਆ। ਇਸ ਦੇ ਬਾਰੇ ਅਸੀਂ ਸੰਤ ਮਰਕੁਸ ਦੀ ਅੰਜੀਲ ਉਸ ਦਾ 3 ਬਾਬ 13 ਤੋਂ ਲੈ ਕੇ 18 ਆਇਤ ਵਿੱਚ ਪੜ੍ਹ ਸਕਦੇ ਹਾਂ। 12 ਤੋਂ ਇਲਾਵਾ ਪ੍ਰਭੂ ਯਿਸੂ ਨੇ 72 ਨੂੰ ਚੁਣਿਆ ਅਤੇ 2-2 ਕਰਕੇ ਵੱਖ-ਵੱਖ ਪਿੰਡਾਂ ਵਿੱਚ ਭੇਜਿਆ। ਉਹਨਾਂ ਦੇ ਨਾਲ ਕੁਝ ਸ਼ਰਧਾਲੂ ਔਰਤਾਂ ਵੀ ਸਨ ਜੋ ਉਹਨਾਂ ਦੀ ਮਦਦ ਕਰਦੀਆਂ ਸਨ। ਪ੍ਰਭੂ ਯਿਸੂ ਅਤੇ ਚੇਲੇ ਆਪਸ ਵਿੱਚ ਕੰਮ ਨੂੰ ਵੰਡਦੇ ਸਨ। ਉਹ ਸਮੂਹਿਕ ਰੂਪ ਵਿੱਚ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਸਨ ਅਤੇ ਪ੍ਰਭੂ ਦੇ ਸਾਹਮਣੇ ਆਪਣੇ ਕੰਮਾਂ ਦੀ ਜਾਣਕਾਰੀ ਦਿੰਦੇ ਸਨ। ਮੁੱਢਲੀ ਕਲੀਸਿਆ ਵਿੱਚ ਭਾਗੀਦਾਰੀ। ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਪਵਿੱਤਰ ਆਤਮਾ ਭੇਜਣ ਦੀ ਪ੍ਰਤਿੱਗਿਆ ਕੀਤੀ ਸੀ। ਪਵਿੱਤਰ ਆਤਮਾ ਸਵੀਕਾਰ ਕਰਨ ਲਈ ਰਸੂਲ ਇੱਕ ਮਨ ਹੋ ਕੇ ਇੱਕ ਕੋਠੜੀ ਵਿੱਚ ਇਕੱਠੇ ਹੋਏ। ਪੈਂਤਕੋਸਤ ਦੇ ਦਿਨ ਪਵਿੱਤਰ ਆਤਮਾ ਉਹਨਾਂ ਉੱਤੇ ਉਤਰ ਆਇਆ। ਆਤਮਾ ਨਾਲ ਭਰਪੂਰ ਹੋ ਕੇ ਪਤਰਸ ਨੇ ਪਹਿਲੀ ਵਾਰ ਅੰਜੀਲ ਦੀ ਘੋਸ਼ਣਾ ਕੀਤੀ
3000 ਲੋਕ ਆਪਣਾ ਮਨ ਬਦਲ ਕੇ ਚੇਲਿਆਂ ਦੇ ਨਾਲ ਜਾ ਮਿਲੇ। ਚੇਲਿਆਂ ਨੇ ਕੰਮ ਨੂੰ ਠੀਕ ਢੰਗ ਨਾਲ ਚਲਾਉਣ ਲਈ 7 ਉਪਜਾਜਕਾਂ ਅਰਥਾਤ ਡੀਕਨਾਂ ਨੂੰ ਚੁਣਿਆ ਅਤੇ ਆਪਣਾ ਕੰਮ ਉਹਨਾਂ ਦੇ ਨਾਲ ਵੰਡਿਆ। ਸਮੇਂ ਦੇ ਨਾਲ ਉੱਥੋਂ ਦੀ ਕਲੀਸਿਆ ਵਿੱਚ ਚੰਗੇ ਸਬੰਧ ਅਤੇ ਸਹਿਯੋਗ ਨੂੰ ਵਧਾਉਣ ਲਈ ਉੱਚ ਪੱਧਰ ਦੀ ਭਾਗੀਦਾਰੀ ਦੇ ਢਾਂਚੇ ਬਣਾਏ ਗਏ। ਉਸ ਵਰਗ ਵਿੱਚ ਚੇਲਿਆਂ ਅਤੇ ਪ੍ਰਭੂ ਯਿਸੂ ਦੀ ਕੌਮ ਦੀ ਭਾਗੀਦਾਰੀ ਸ਼ਾਮਲ ਸੀ। ਯਰੂਸ਼ਲਮ ਦੀ ਧਰਮ ਸਭਾ ਇਸ ਦੀ ਸਟੀਕ ਉਦਾਹਰਨ ਹੈ, ਜਿਸ ਨੂੰ ਆਪਣੇ ਆਪ ਨੂੰ ਜ਼ਿੰਮੇਵਾਰੀ ਨਾਲ ਪੂਰੀ ਤਰ੍ਹਾਂ ਪ੍ਰਭੂ ਨੂੰ ਸਮਰਪਿਤ ਕੀਤਾ, ਜਿਸ ਨੇ ਉਸ ਨੂੰ ਬੁਲਾਇਆ ਹੈ। ਹਰ ਪੁਰੋਹਿਤ ਖੁਦਾ ਦੁਆਰਾ ਉਸ ਨੂੰ ਸੌਂਪੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਵਚਨਬੱਧ ਹੈ। ਹਰ ਪੁਰੋਹਿਤ ਖੁਦਾ ਦੁਆਰਾ ਉਸ ਨੂੰ ਸੌਂਪੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਵਚਨਬੱਧ ਹੈ। ਪੁਰੋਹਿਤ ਦਾ ਦਰਜਾ ਅਤੇ ਕਰਤੱਵ। ਪੁਰੋਹਿਤਾਈ ਦੀ ਸੇਵਕਾਈ ਦੀ ਪੂਰਨਤਾ ਯਿਸੂ ਦੁਆਰਾ ਚੇਲਿਆਂ ਰਾਹੀਂ ਬਿਸ਼ਪ ਸਾਹਿਬਾਨ ਨੂੰ ਦਿੱਤੀ ਗਈ ਹੈ। ਪੁਰੋਹਿਤ ਬਿਸ਼ਪ ਸਾਹਿਬ ਦੇ ਸਹਿਕਰਮੀ ਹਨ। ਉਹ ਪ੍ਰਭੂ ਨੂੰ ਯਿਸੂ ਦੇ ਪ੍ਰਤੀਨਿਧ ਅਤੇ ਵਿਸ਼ਵਾਸ ਸੰਗਤ ਦੇ ਚਰਵਾਹੇ ਅਤੇ ਮੁਖੀ ਦੇ ਤੌਰ ਤੇ ਕੰਮ ਕਰਦੇ ਹਨ। ਉਹ ਪ੍ਰਭੂ ਯਿਸੂ ਦੇ ਨਾਲ ਰਹਿਣ, ਖੁਦਾ ਦਾ ਕਲਾਮ ਸੁਣਾਉਣ, ਪਾਕ ਸਾਕਰਾਮੈਂਟ ਦੇਣ ਅਤੇ ਖੁਦਾ ਦੇ ਲੋਕਾਂ ਦੀ ਅਗਵਾਈ ਕਰਨ ਲਈ ਬੁਲਾਏ ਗਏ ਹਨ। ਇਸ ਤਰ੍ਹਾਂ ਉਹ ਪ੍ਰਭੂ ਯਿਸੂ ਦੇ 3 ਮਿਸ਼ਨ ਕਾਰਜ ਵਿਸ਼ਵਾਸ ਸੰਗਤ ਦੀ ਉਸਾਰੀ, ਪ੍ਰਭੂ ਯਿਸੂ ਦੇ ਰਹੱਸਮਈ ਸਰੀਰ ਅਤੇ ਪਵਿੱਤਰ ਆਤਮਾ ਦੇ ਮੰਦਰ ਦੀ ਅਗਵਾਈ ਕਰਦੇ ਹਨ। ਪੁਰੋਹਿਤ ਜੋ ਕਿ ਪ੍ਰਭੂ ਯਿਸੂ ਦੀ ਸਦੀਵੀ ਪੁਰੋਹਿਤਾਈ ਵਿੱਚ ਹਿੱਸਾ ਲੈਂਦੇ ਹਨ, ਉਸ ਦੇ ਨਾਂ ਤੇ ਮੁਖੀ ਦੇ ਤੌਰ ਤੇ ਕੰਮ ਕਰਦੇ ਹਨ। ਇਸ ਤਰ੍ਹਾਂ ਉਹ ਖੁਦਾ ਅਤੇ ਲੋਕਾਂ ਵਿਚਕਾਰ ਵਿਚੋਲਿਆਂ ਦਾ ਕੰਮ ਕਰਦੇ ਹਨ। ਉਹ ਖੁਦਾ ਦੇ ਲੋਕਾਂ ਦੀ ਅਰਦਾਸ ਉਸ ਅੱਗੇ ਪੇਸ਼ ਕਰਦੇ ਹਨ ਅਤੇ ਲੋਕਾਂ ਨੂੰ ਖੁਦਾ ਦੀ ਮਰਜ਼ੀ ਜਾਣਨ ਵਿੱਚ ਮਦਦ ਕਰਦੇ ਹਨ। ਸਿੱਖਿਆ ਦੀ ਸੇਵਕਾਈ ਅੰਜੀਲੀਕਰਨ ਦੇ ਰਾਹੀਂ। ਪੁਰੋਹਿਤਾਈ ਦੇ ਸੇਵਾ ਵਿੱਚ ਅੰਜੀਲੀਕਰਨ ਇੱਕ ਅਜਿਹਾ ਮਿਸ਼ਨ ਹੈ ਜੋ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ। ਯਿਸੂ ਨੇ ਅੰਜੀਲ ਦਾ ਪ੍ਰਚਾਰ ਕਰਨ ਅਤੇ ਵਿਸ਼ਵਾਸ ਸੰਗਤ ਨੂੰ ਕਾਇਮ ਕਰਨ ਦਾ ਮਿਸ਼ਨ ਕਾਰਜ ਸੌਂਪਿਆ। ਉਹਨਾਂ ਨੇ ਕਿਹਾ, ਇਸ ਲਈ ਜਾਓ ਅਤੇ ਸਾਰੇ ਸੰਸਾਰ ਵਿੱਚ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ। ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਂ 'ਤੇ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਇਹ ਸਭ ਜੋ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਉਸ ਦੀ ਪਾਲਣਾ ਕਰਨੀ ਸਿਖਾਓ। ਸੰਤ ਮੱਤੀ ਦੀ ਅੰਜੀਲ ਉਸ ਦਾ 28 ਬਾਬ 19 ਅਤੇ 20 ਆਇਤ। ਪ੍ਰਭੂ ਯਿਸੂ ਦੇ ਚੇਲਿਆਂ ਦੀ ਇਹ ਠੋਸ ਧਾਰਨਾ ਸੀ ਕਿ ਪਰਮੇਸ਼ਵਰ ਦੇ ਵਚਨ ਨੂੰ ਤਿਆਗ ਕੇ ਖੁਆਉਣ ਪਿਆਉਣ ਦੀ ਸੇਵਾ ਵਿੱਚ ਲੱਗਣਾ ਗਲਤ ਹੈ ਅਤੇ ਉਹਨਾਂ ਨੂੰ ਆਪਣੇ ਆਪ ਨੂੰ ਹਮੇਸ਼ਾ ਖੁਦਾ ਦੇ ਵਚਨ ਦੇ ਕੰਮ ਅਤੇ ਪ੍ਰਾਰਥਨਾ ਵਿੱਚ ਭਾਗੀਦਾਰ ਹੋਣਾ ਚਾਹੀਦਾ ਹੈ। ਇਸ ਲਈ ਉਹਨਾਂ ਰੋਜ਼ਾਨਾ ਦੇ ਭੋਜਨ ਵੰਡਣ ਲਈ ਸੇਵਾਦਾਰ ਨਿਯੁਕਤ ਕੀਤੇ। ਉਹਨਾਂ ਨੇ ਇਸ ਰਾਹੀਂ ਸਪਸ਼ਟ ਕੀਤਾ ਕਿ ਪੁਰੋਹਿਤ ਦਾ ਮੁੱਖ ਕਾਰਜ ਖੁਦਾ ਦਾ ਕਲਾਮ ਸੁਣਾਉਣਾ ਹੈ। ਚੇਲੇ ਵਿਸ਼ਵਾਸ ਸੰਗਤ ਅਤੇ ਸਮਾਜਿਕ ਬੁਰਾਈ ਨੂੰ ਸਹੀ ਕਰਨ ਵੱਲ ਹੀ ਧਿਆਨ ਰੱਖਦੇ ਸਨ। ਉਹ ਵਿਸ਼ਵਾਸ ਸੰਗਤ ਵਿੱਚ ਮਸੀਹੀ ਰਹਿਣੀ ਬਹਿਣੀ ਵਿਚਲੀਆਂ ਗਲਤੀਆਂ ਬਾਰੇ ਦੱਸਦੇ ਅਤੇ ਉਹਨਾਂ ਨੂੰ ਦਰੁਸਤ ਕਰਦੇ ਸਨ। ਉਹਨਾਂ ਨੇ ਕਰੰਥੀਅਸ ਦੀ ਵਿਸ਼ਵਾਸ ਸੰਗਤ ਨੂੰ ਥੋੜ੍ਹੇ ਸ਼ਬਦਾਂ ਵਿੱਚ ਝਿੜਕਿਆ ਜਦੋਂ ਉਸ ਵਿੱਚ ਫੁੱਟ ਪੈ ਗਈ ਸੀ। ਪਹਿਲਾ ਕਰੰਥੀਆਂ ਉਸ ਦਾ 1 ਬਾਬ 10 ਤੋਂ 14 ਅਤੇ 11 ਬਾਬ 17 ਤੋਂ 22 ਆਇਤ ਤੱਕ। ਖੁਦਾ ਦੇ ਲੋਕਾਂ ਨੂੰ ਅੰਜੀਲ ਦੀ ਪਵਿੱਤਰ ਸੇਵਕਾਈ ਰਾਹੀਂ ਇਕੱਠਿਆਂ ਕੀਤਾ ਜਾਂਦਾ ਹੈ।
ਉਹਨਾਂ ਥਾਵਾਂ 'ਤੇ ਜਿੱਥੇ ਖੁਦਾ ਦੇ ਵਚਨ ਦੀ ਨਵੀਂ ਘੋਸ਼ਣਾ ਕੀਤੀ ਗਈ ਹੋਵੇ ਉੱਥੇ ਇਸ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਤਾਂ ਜੋ ਵਿਸ਼ਵਾਸ ਸੰਗਤ ਦੀ ਉਸਾਰੀ ਹੋ ਸਕੇ। ਇੱਥੋਂ ਤੱਕ ਕਿ ਪੁਰਾਣੀਆਂ ਵਿਸ਼ਵਾਸ ਸੰਗਤਾਂ ਵਿੱਚੋਂ ਪੁਰੋਹਿਤਾਂ ਦਾ ਇਹ ਫਰਜ਼ ਹੈ ਕਿ ਕਲੀਸਿਆ ਦੀਆਂ ਸਿੱਖਿਆਵਾਂ ਦੀ ਸਹੀ ਅਤੇ ਸਮੇਂ ਦੀ ਉਚਿਤਤਾ ਦੇ ਅਨੁਸਾਰ ਵਿਆਖਿਆ ਕਰਨ। ਦੂਜੀ ਵੈਟੀਕਨ ਕੌਂਸਲ ਇਹ ਸਿਖਾਉਂਦੀ ਹੈ ਕਿ ਪੁਰੋਹਿਤਾਂ ਦਾ ਪ੍ਰਾਥਮਿਕ ਫਰਜ਼ ਸਾਰਿਆਂ ਨੂੰ ਅੰਜੀਲ ਸੁਣਾਉਣਾ ਹੈ। ਪੁਰੋਹਿਤ ਇਸ ਲਈ ਵਚਨਬੱਧ ਹੈ ਕਿ ਉਹ ਅੰਜੀਲੀ ਸੱਚਾਈ ਨੂੰ ਸਭ ਨੂੰ ਦੱਸਣ ਜਿਹੜੀ ਇੱਕ ਖਾਸ ਤਰੀਕੇ ਨਾਲ ਪ੍ਰਾਪਤ ਹੋਈ ਹੈ ਜੋ ਲੋਕਾਂ ਨੂੰ ਪਰਮੇਸ਼ਵਰ ਵਿੱਚ ਆਨੰਦ ਮਾਣਨ ਦੇ ਯੋਗ ਬਣਾਉਂਦੀ ਹੈ। ਲੋਕ ਪ੍ਰਚਾਰ ਰਾਹੀਂ ਪੁਰੋਹਿਤ ਮਸੀਹ ਦੇ ਭੇਦਾਂ ਦਾ ਐਲਾਨ ਕਰਦੇ ਹਨ। ਸ਼ੁੱਧ ਕਰਨ ਦੀ ਸੇਵਕਾਈ। ਪੁਰੋਹਿਤ ਮਨੁੱਖਾਂ ਵਿੱਚੋਂ ਪਾਪ ਦੇ ਲਈ ਭੇਂਟਾਂ ਅਤੇ ਬਲੀਆਂ ਚੜਾਉਣ ਲਈ ਚੁਣੇ ਜਾਂਦੇ ਹਨ ਅਤੇ ਮਨੁੱਖਾਂ ਲਈ ਦੈਵੀ ਵਸਤਾਂ ਨਾਲ ਨਜਿੱਠਣ ਲਈ ਨਿਯੁਕਤ ਕੀਤੇ ਜਾਂਦੇ ਹਨ। ਇਸ ਬਾਰੇ ਅਸੀਂ ਇਬਰਾਨੀਆਂ ਉਹਦਾ 5 ਬਾਬ 1 ਆਇਤ ਵਿੱਚ ਪੜ੍ਹ ਸਕਦੇ ਹਾਂ। ਪੁਰੋਹਿਤ ਆਪਣੀ ਸੇਵਕਾਈ ਰਾਹੀਂ ਪਿਤਾ ਪਰਮੇਸ਼ਵਰ ਨੂੰ ਵਿਸ਼ਵਾਸ ਸੰਗਤ ਤੇ ਅਧਿਆਤਮਿਕ ਬਲੀਦਾਨ ਦੇ ਨਾਲ ਮਸੀਹ ਜੋ ਕਿ ਮਨੁੱਖਾਂ ਅਤੇ ਪਰਮੇਸ਼ਵਰ ਵਿਚਲਾ ਇਕਲੌਤਾ ਵਿਚੋਲਾ ਹੈ ਦਾ ਬਲੀਦਾਨ ਚੜਾਉਂਦੇ ਹਨ। ਪੁਰੋਹਿਤ ਦੀ ਸੇਵਕਾਈ ਦਾ ਮਕਸਦ ਮਸੀਹ ਯਿਸੂ ਦਾ ਪੁਨਰ ਉਥਾਨ ਅਤੇ ਸਾਕਰਾਮੈਂਟਾਂ ਲਈ ਸਾਰੀ ਵਿਸ਼ਵਾਸ ਸੰਗਤ ਦੇ ਨਾਂ ਉੱਤੇ ਮਸੀਹ ਦੇ ਦੂਜੀ ਵਾਰ ਆਉਣ ਤੱਕ ਕੁਰਬਾਨੀ ਚੜਾਉਣਾ ਹੈ। ਨਵੇਂ ਨੇਮ ਦੇ ਪੁਰੋਹਿਤ ਪੁਰਾਣੇ ਨੇਮ ਦੇ ਪੁਰੋਹਿਤ ਵਾਂਗ ਨਹੀਂ ਜੋ ਸਿਰਫ ਰਸਮੀ ਸੇਵਾ ਨਿਭਾਉਂਦੇ ਸਨ। ਉਹ ਪਾਕ ਸਾਕਰਾਮੈਂਟ ਵਰਤਾਉਣ ਅਤੇ ਖੁਦਾ ਦੇ ਕਲਾਮ ਦਾ ਪ੍ਰਚਾਰ ਕਰਕੇ ਸ਼ੁੱਧ ਕਰਨ ਦੀ ਸੇਵਾ ਕਰਦੇ ਹਨ। ਰਸੂਲਾਂ ਵਾਂਗ ਜੋ ਰੋਟੀ ਤੋੜਨ ਦੀ ਰਸਮ ਦੀ ਪ੍ਰਧਾਨਗੀ ਕਰਦੇ ਸਨ, ਪਵਿੱਤਰ ਪੂਜਾ ਵਿੱਚ ਪੁਰੋਹਿਤ ਪੂਜਾ ਕਰ ਰਹੇ ਵਿਸ਼ਵਾਸ ਸੰਗਤ ਦੀ ਅਗਵਾਈ ਕਰਦੇ ਹਨ। ਪੁਰੋਹਿਤ ਦੀ ਸੇਵਾ ਦਾ ਕਾਰਜ ਕਲੀਸਿਆ ਦੀ ਸੇਵਾ ਹੈ। ਪਾਸਬਾਨੀ ਕਾਰਜ। ਪੁਰੋਹਿਤ ਇੱਕ ਚਰਵਾਹਾ ਹੈ ਜੋ ਖੁਦਾ ਦੇ ਲੋਕਾਂ ਨੂੰ ਜਾਣਦਾ ਹੈ। ਉਹ ਪ੍ਰਭੂ ਯਿਸੂ ਇੱਕ ਚੰਗੇ ਚਰਵਾਹੇ ਵਾਂਗ ਲੋਕਾਂ ਨੂੰ ਸੁਣਨ ਲਈ ਤਿਆਰ ਬਰ ਤਿਆਰ ਅਤੇ ਉਹਨਾਂ ਕੰਮਾਂ ਪ੍ਰਤੀ ਖਿਆਲ ਤੇ ਧਿਆਨ ਦੇਣ ਵਾਲੇ ਬਣਨ ਵਾਸਤੇ ਸੱਦੇ ਗਏ ਹਨ। ਵਿਸ਼ਵਾਸ ਸੰਗਤ ਨੂੰ ਇਹਨਾਂ ਦਾ ਅਨੁਸਰਣ ਕਰਨਾ ਚਾਹੀਦਾ ਹੈ। ਉਹਨਾਂ ਨੂੰ ਸੌਂਪੀ ਗਈ ਵਿਸ਼ਵਾਸ ਸੰਗਤ ਦੀ ਭਲਾਈ ਅਤੇ ਵਿਕਾਸ ਲਈ ਅਣਥੱਕ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਪੁਰੋਹਿਤ ਪਾਸਵਾਨ ਹਨ ਜੋ ਦੂਜਿਆਂ ਦੀ ਮਸੀਹ ਏਕਤਾ ਵਿੱਚ ਅਗਵਾਈ ਕਰਦੇ ਹਨ। ਉਹਨਾਂ ਨੂੰ ਖੁਦਾ ਦੇ ਲੋਕਾਂ ਨੂੰ ਵਿਸ਼ਵਾਸ ਅਤੇ ਪਿਆਰ ਰਾਹੀਂ ਇਕੱਠਿਆ ਕਰਨਾ ਚਾਹੀਦਾ ਹੈ। ਉਹਨਾਂ ਨੂੰ ਭਟਕੇ ਲੋਕਾਂ ਦੇ ਪਿੱਛੇ ਜਾਣਾ ਅਤੇ ਆਪਣੇ ਇੱਜੜ ਦੇ ਵਾਧੇ ਤੇ ਵਿਕਾਸ ਕਰਨਾ ਚਾਹੀਦਾ ਹੈ। ਦੂਜੀ ਵੈਟੀਕਨ ਕੌਂਸਲ ਪੁਰੋਹਿਤ ਦੀ ਪਾਸਵਾਨੀ ਸੇਵਕਾਈ ਬਾਰੇ ਇਸ ਤਰ੍ਹਾਂ ਸਿਖਾਉਂਦੀ ਹੈ। ਜਦੋਂ ਪੁਰੋਹਿਤ ਯਿਸੂ ਵਾਂਗ ਕਲੀਸਿਆ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲੈਣ, ਉਹਨਾਂ ਨੂੰ ਨਿਮਰਤਾ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ। ਉਹਨਾਂ ਨੂੰ ਹਰ ਕੰਮ ਇਨਸਾਨ ਨੂੰ ਖੁਸ਼ ਕਰਨ ਲਈ ਨਹੀਂ ਸਗੋਂ ਪ੍ਰਭੂ ਦੀ ਵਡਿਆਈ ਕਰਨ ਲਈ ਕਰਨਾ ਚਾਹੀਦਾ ਹੈ। ਉਹਨਾਂ ਨੂੰ ਗਰੀਬਾਂ ਅਤੇ ਬੇਸਹਾਰਾ ਲੋਕਾਂ ਵੱਲ, ਪਾਸਵਾਨੀ ਅਤੇ ਮਾਪਿਆਂ ਦੀਆਂ ਜ਼ਰੂਰਤਾਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਪੁਰੋਹਿਤਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਖੁਦਾ ਦੇ ਪਰਿਵਾਰ ਵਿੱਚ ਧਰਮ ਸੰਗੀ ਨੂੰ ਉੱਚੀ ਜਗ੍ਹਾ ਪ੍ਰਾਪਤ ਹੈ। ਉਹਨਾਂ ਨੂੰ ਬਿਮਾਰਾਂ ਅਤੇ ਮਰ ਰਹੇ ਲੋਕਾਂ ਵਿੱਚ ਦਿਲਚਸਪੀ ਲੈਣੀ ਚਾਹੀਦੀ ਹੈ। ਇੱਕ ਪੁਰੋਹਿਤ ਕੋਲ ਕਿਸੇ ਗੱਲ ਨੂੰ ਜਾਂਚਣ ਅਤੇ ਲੋਕ ਭਾਸ਼ਾ ਬੋਲਣ ਦੀ ਕਲਾ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਸਮਾਜ ਦੀ ਅਗਵਾਈ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਰਸੂਲੀ ਸਲਾਹ ਅਨੁਸਾਰ ਅੰਜੀਲੀਕਰਨ ਅੱਜ ਦੇ ਅਨੁਸਾਰ ਪੁਰੋਹਿਤਾਈ ਦੇ ਵੱਖ-ਵੱਖ ਕੰਮ ਹੇਠ ਲਿਖੇ ਹਨ। ਪਹਿਲਾ, ਖੁਦਾ ਦੇ ਕਲਾਮ ਦਾ ਸਹੀ ਅਤੇ ਦਰੁਸਤ ਪ੍ਰਚਾਰ ਕਰਨਾ। ਦੂਸਰਾ, ਖੁਦਾ ਦੇ ਲੋਕਾਂ ਨੂੰ ਇਕੱਠਿਆ ਕਰਨਾ ਅਤੇ ਉਸ ਏਕਤਾ ਨੂੰ ਕਾਇਮ ਰੱਖਣਾ। ਤੀਸਰਾ,
ਸਾਕਰਾਮੈਂਟਾਂ ਨਾਲ ਲੋਕਾਂ ਦਾ ਅਧਿਆਤਮਿਕ ਪਾਲਣ ਪੋਸ਼ਣ ਕਰਨਾ। ਚੌਥਾ, ਉਹਨਾਂ ਨੂੰ ਮੁਕਤੀ ਦੇ ਰਸਤੇ ਵਿੱਚ ਦ੍ਰਿੜ ਬਣਾਉਣਾ। ਪੰਜਵਾਂ, ਉਹਨਾਂ ਨੂੰ ਆਪਣੇ ਵੱਖ-ਵੱਖ ਫਰਜ਼ਾਂ ਨੂੰ ਪੂਰੀਆਂ ਕਰਨ ਲਈ ਉਤਸ਼ਾਹਿਤ ਕਰਨਾ। ਛੇਵਾਂ, ਹਰ ਕਿਸੇ ਦੀ ਬਲਾਹਟ ਅਨੁਸਾਰ ਜੀਵਨ ਵਿੱਚ ਮਦਦ ਕਰਨੀ। ਇਸ ਤਰ੍ਹਾਂ ਜਦੋਂ ਪੁਰੋਹਿਤ ਖੁਦਾ ਦੀ ਮਦਦ 'ਤੇ ਭਰੋਸਾ ਰੱਖ ਕੇ ਅਤੇ ਤੋਂ ਜਾਣੂ ਹੋ ਕੇ ਇਹਨਾਂ ਕੰਮਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਅੰਜੀਲੀਕਰਨ ਦਾ ਅਸਲੀ ਕੰਮ ਕਰਦੇ ਹਨ। ਤੇ ਆਓ ਖੁਦਾ ਦਾ ਵਚਨ ਪੜ੍ਹੀਏ ਅਤੇ ਉਸ ਉੱਤੇ ਧਿਆਨ ਲਗਾਈਏ। ਸੰਤ ਯਹੂਨਾ ਦੀ ਅੰਜੀਲ ਉਸ ਦਾ 21 ਬਾਬ 15 ਤੋਂ ਲੈ ਕੇ 19 ਤੱਕ। ਵਚਨ ਸਾਨੂੰ ਇਹ ਸਿਖਾਉਂਦਾ ਹੈ ਕਿ ਜੇ ਮੈਂ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਦਾ ਹਾਂ, ਇਹ ਮੇਰੇ ਲਈ ਕੋਈ ਹੰਕਾਰ ਵਾਲੀ ਗੱਲ ਨਹੀਂ ਹੈ। ਇਹ ਕਰਨਾ ਤਾਂ ਮੇਰੇ ਲਈ ਅਤੀ ਜ਼ਰੂਰੀ ਹੈ, ਬਲਕਿ ਜੇਕਰ ਮੈਂ ਸ਼ੁਭ ਸਮਾਚਾਰ ਨਾ ਸੁਣਾਵਾਂ ਤਾਂ ਮੇਰੇ ਲਈ ਸ਼ਰਮ ਦੀ ਗੱਲ ਹੈ। ਪਹਿਲਾ ਕਰੰਥੀਆਂ ਉਸ ਦਾ 9 ਬਾਬ ਉਹਦੀ 16 ਆਇਤ। ਤੇ ਇਸ ਤਰ੍ਹਾਂ ਪਿਆਰੇ ਬੱਚਿਓ, ਸਾਨੂੰ ਕਲੀਸਿਆ ਦੇ ਹਰ ਕੰਮ ਦੇ ਵਿੱਚ, ਪੈਰਿਸ਼ ਦੇ ਹਰ ਕੰਮ ਦੇ ਵਿੱਚ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ ਤੇ ਹਰ ਕੰਮ ਦੇ ਵਿੱਚ ਭਾਗੀਦਾਰੀ ਹੋ ਕੇ ਕਲੀਸਿਆ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜੈ